ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਸਵਾਗਤ ਹੈ ਫਿਰ ਇੱਕ ਵਾਰ ਤੋਂ ਅੱਜ ਦੇ ਨਵੇਂ ਐਪੀਸੋਡ ਦੇ ਵਿੱਚ, ਜਿਸ ਦੇ ਵਿੱਚ ਇਨਫੋਰਮੇਸ਼ਨ ਦੇ ਨਾਲ ਤੁਹਾਡੇ ਲਈ ਢੇਰ ਸਾਰੀ ਐਂਟਰਟੇਨਮੈਂਟ ਵੀ ਲੈ ਕੇ ਆਏ ਹਾਂ। ਸੋ ਫਰੈਂਡਸ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਪਿਛਲੇ ਤਕਰੀਬਨ 1 ਸਾਲ ਤੋਂ ਸਰਗਰਮੀਆਂ ਦੇ ਵਿੱਚ ਆਈ ਨਵੀਂ ਪੋਲੀਟੀਕਲ ਪਾਰਟੀ ਆਮ ਆਦਮੀ ਪਾਰਟੀ ਦੇ ਬਾਰੇ ਵਿੱਚ। Yash Sharma had a group discussion with Gagan Buttar, Manu Bajwa Gill and Dr. Tulli. Let's have a look. ਇੰਡੀਆ ਦੀ ਪੋਲਿਟਿਕਸ ਬੜੀ ਗਰਮਰਾ ਗਈ ਹੈ ਔਰ ਪਾਰਲੀਮੈਂਟ ਦੀ ਇਲੈਕਸ਼ਨਸ ਉਹਨਾਂ ਲਈ ਵੋਟਿੰਗ ਪੈ ਰਹੀ ਹੈ। ਉਹਨੂੰ ਦੇਖਦੇ ਹੋਏ ਸਾਡੇ ਲੋਕ ਜਿਹੜੇ ਸਾਡਾ ਭਾਈਚਾਰਾ ਜਿਹੜਾ ਫੋਰਨ 'ਚ ਬੈਠਾ ਹੈ ਉਹਨਾਂ 'ਚ ਵੀ ਬੜਾ ਰੁਝਾਨ ਹੈ। ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਐਡਮਿੰਟਨ 'ਚ। ਸਾਡੇ ਕੋਲ ਨੇ ਆਮ ਆਦਮੀ ਪਾਰਟੀ ਦੇ ਕੈਲਗਰੀ ਤੋਂ ਲੀਡਰ ਗਗਨ ਬੁੱਟਰ ਜੀ, ਉਹਨਾਂ ਦੇ ਨਾਲ ਡਾਕਟਰ ਤੁੱਲੀ ਜਿਹੜੇ ਕਿ ਪੰਜਾਬ 'ਚ ਬੜੇ ਸਰਗਰਮ ਰਹੇ, ਡਾਕਟਰਸ ਦੀ ਯੂਨੀਅਨ ਦੇ ਲੀਡਰ ਰਹੇ ਕਈ ਸਾਲ, ਔਰ ਇਹਦੇ ਨਾਲ ਮੇਰੇ ਨਾਲ ਨੇ ਮਨੂ ਬਾਜਵਾ ਗਿੱਲ ਜਿਨ੍ਹਾਂ ਨੇ ਇੱਕ ਮੁਹਿੰਮ ਚਲਾਈ ਹੈ ਇਕੁਅਲ ਸੋਸਾਇਟੀ ਦੀ। ਅੱਜ ਅਸੀਂ ਇਹਨਾਂ ਸਾਰਿਆਂ ਨਾਲ ਗੱਲ ਕਰਨੀ ਚਾਹੁੰਦੇ ਹਾਂ ਕਿ ਇੰਡੀਅਨ ਪੋਲੀਟਿਕਸ ਜਿਹੜੀ ਹੈ ਉਹਦਾ ਅੱਜ ਸਟੇਟਸ ਕੀ ਹੈ ਔਰ ਇਹ ਜਿਹੜੀ ਇਲੈਕਸ਼ਨਸ ਹੋ ਰਹੀਆਂ ਇਹਨਾਂ ਦੇ ਜਿਹੜੇ ਸਿੱਟੇ ਕੀ ਵੱਧ ਕੇ ਆਉਣਗੇ। ਸਭ ਤੋਂ ਪਹਿਲੇ ਮਨੂ ਬਾਜਵਾ ਗਿੱਲ ਜੀ, ਤੁਸੀਂ ਇਕੁਅਲ ਸੁਸਾਇਟੀ ਦਾ ਨਾਅਰਾ ਦਿੱਤਾ ਹੈ ਐਡਮਿੰਟਨ 'ਚ, ਬਹੁਤ ਵਧੀਆ ਗੱਲ ਹੈ। ਔਰ ਇਹਦੇ ਨਾਲ ਦੇਖਣ ਨੂੰ ਮਿਲਿਆ ਕਿ ਜਦੋਂ ਵੀ ਕੋਈ ਪੋਲੀਟੀਕਲ ਫੰਕਸ਼ਨ ਇੱਥੇ ਹੁੰਦਾ ਹੈ ਤੁਸੀਂ ਉਹਦੇ 'ਚ ਵੀ ਸਰਗਰਮ ਹੁੰਦੇ ਹੋ। ਕੀ ਤੁਸੀਂ ਪੋਲੀਟੀਕਲ ਲੀਡਰ ਹੋ ਜਾਂ ਕੋਈ ਤੁਸੀਂ ਆਈਡੀਓਲੋਜੀ ਨੂੰ ਫੋਲੋ ਕਰ ਰਹੇ ਹੋ? ਫਸਟ ਆਫ ਆਲ ਥੈਂਕ ਯੂ ਸੋ ਮਚ ਫॉर ਹੈਵਿੰਗ ਮੀ ਹੇਅਰ। ਜਿੱਥੋਂ ਤੱਕ ਮੇਰੀ ਆਪ ਦੀ ਪਰਸਨਲ ਓਪੀਨੀਅਨ ਹੈਗੀ ਹੈ, ਮੈਨੂੰ ਲੱਗਦਾ ਕਿ ਆਮ ਨਾਟ ਅ ਪਾਰਟੀ ਡਰਿਵਨ ਔਰ ਆਮ ਨਾਟ ਅ ਪਰਸਨ ਡਰਿਵਨ ਪਰਸਨ। ਮੈਨੂੰ ਲੱਗਦਾ ਕਿ ਮੈਂ ਇੱਕ ਮੇਰੀ ਆਪਣੀ ਆਈਡੀਓਲੋਜੀ ਹੈ ਜਿਹਨੂੰ ਮੈਂ ਆਪਣੇ ਲਾਈਫ ਵਿੱਚ ਫੋਲੋ ਕਰਨਾ ਮੰਗਦੀ ਹਾਂ। ਅਤੇ ਮੈਂ ਸੋਚਦੀ ਹਾਂ ਕਿ ਜਿਹੜੇ ਦੂਜੇ ਮੇਰੇ ਸਿਟੀਜ਼ਨਸ ਆ ਜਾਂ ਇੰਡੀਆ ਦੇ ਜਾਂ ਕੈਨੇਡਾ ਦੇ, ਉਹਨਾਂ ਦਾ ਕਿ ਜਿਹੜੀ ਤੁਹਾਡੀ ਰਹਿਣ ਸਹਿਣ ਦਾ ਮਿਆਰ ਆ ਜਾਂ ਕਿਹੜਾ, ਤੁਸੀਂ ਉਹ ਇੱਕ ਪਾਰਟੀ ਡਰਿਵਨ ਜਾਂ ਇੱਕ ਪਰਸਨ ਡਰਿਵਨ ਨਹੀਂ ਹੋਣਾ ਚਾਹੀਦਾ। ਉਹ ਹੈ ਕਿ ਤੁਸੀਂ ਖੁਦ ਕਿਵੇਂ ਦੀ ਸੋਚ ਰੱਖਦੇ ਆ ਕਿ ਕਿਵੇਂ ਦੀ ਸੁਸਾਇਟੀ ਵਿੱਚ ਤੁਸੀਂ ਵਾਇਬਲ ਰਹਿਣਾ ਚਾਹੁੰਦੇ ਆ। ਸੋ ਮੈਨੂੰ ਲੱਗਦਾ ਹੈ ਕਿ ਜਿਹੜੀ ਮੇਰੀ ਆਪਣੀ ਸੋਚ ਆ ਉਹ ਆਈਡੀਓਲੋਜੀ ਡਰਿਵਨ ਸੋਚ ਆ ਰਾਦਰ ਦੈਨ ਅ ਪਰਸਨ ਪਰਟੀਕੂਲਰ ਡਰਿਵਨ ਨਹੀਂ ਹੈਗੀ। ਸੋ ਆਈ ਥਿੰਕ ਕਿ ਓਨੈਸਟੀ, ਐਂਟੀ ਕਰਪਸ਼ਨ, ਜਿਹੜੀਆਂ ਚੀਜ਼ਾਂ ਇੱਕ ਆਪਾਂ ਆਮ ਜ਼ਿੰਦਗੀ ਵਿੱਚ ਜਿਹੜੀਆਂ ਚੀਜ਼ਾਂ ਤੋਂ ਆਪਾਂ ਦੂਰ ਭੱਜਦੇ ਹਾਂ ਉਹਨਾਂ ਤੋਂ ਉਹ ਮੈਨੂੰ ਨਹੀਂ ਚਾਹੀਦੀਆਂ, ਚਾਹੇ ਮੈਂ ਕੈਨੇਡਾ 'ਚ ਰਹਿੰਦੀ ਹਾਂ, ਚਾਹੇ ਮੈਂ ਇੰਡੀਆ 'ਚ ਰਹਿੰਦੀ ਹਾਂ, ਜਾਂ ਮੈਂ ਕਿਸੇ ਵੀ ਮੁਲਕ 'ਚ ਰਹਾਂ ਜਾਂ ਪਰਸਨ ਡਰਿਵਨ। ਗਗਨ ਬੁੱਟਰ ਜੀ, ਤੁਸੀਂ ਆਮ ਆਦਮੀ ਪਾਰਟੀ ਦਾ ਬੜਾ ਨਾਅਰਾ ਬੁਲੰਦ ਕੀਤਾ ਕੈਲਗਰੀ, ਔਰ ਕੀ ਕਹਾਣੀ ਸੀਗੀ ਕਿ ਤੁਸੀਂ ਪੋਲੀਟੀਕਲੀ ਐਕਟੀਵੇਟਿਡ ਹੋਏ? ਉਹ ਕੀ ਤੁਹਾਡੇ ਐਕਸ਼ਨਸ ਹੈ ਜਿਹਦੇ ਨਾਲ ਆਮ ਆਦਮੀ ਪਾਰਟੀ ਜਿਹੜੀ ਇੰਡੀਆ 'ਚ ਹੈਗੀ ਹੈ ਉਹਨੂੰ ਕੋਈ ਫਾਇਦਾ ਮਿਲੂਗਾ? ਪਹਿਲਾਂ ਸਾਰਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਐਂਡ ਤੁਸੀਂ ਅੱਜ ਇੱਥੇ ਬੁਲਾਇਆ। ਐਕਚੁਅਲੀ ਆਮ ਆਦਮੀ ਪਾਰਟੀ ਇੱਕ ਹੁਣ ਪਾਰਟੀ ਜਿਹੜੀ ਹੈ ਸਟਾਰਟ ਹੋਈ ਹੈ। ਇਹਦਾ ਇੱਕੋ ਹੀ ਕਾਰਨ ਹੈ ਸਾਡਾ ਇਹਨੂੰ ਸਪੋਰਟ ਕਰਨ ਦਾ, ਜਾਂ ਅਸੀਂ ਚਾਹੁੰਦੇ ਹਾਂ ਕਿ ਹਰ ਇਨਸਾਨ ਨੂੰ ਜਾਂ ਹਰ ਲੀਡਰ ਨੂੰ ਇੱਕ ਆਮ ਆਦਮੀ ਵਾਂਗੂ ਆਪਣੇ ਆਪ ਨੂੰ ਪੇਸ਼ ਕਰਨਾ ਚਾਹੀਦਾ। ਸਭ ਤੋਂ ਪਹਿਲਾਂ ਜਿਹੜਾ ਬੇਸ ਹੈ ਤੁਹਾਡਾ ਆਮ ਹੋਣਾ ਚਾਹੀਦਾ। ਦੂਸਰੀ ਗੱਲ ਹੈ ਕਿ ਜਿਹੜਾ ਉਹਨਾਂ ਦਾ ਹੈਗਾ ਕਿ ਐਂਟੀ ਕਰਪਸ਼ਨ, ਇਹ ਵਾਰ ਅਗੇਂਸਟ ਕਰਪਸ਼ਨ। ਸੋ ਦਿਸ ਇਜ਼ ਅ ਵਾਰ ਅਗੇਂਸਟ ਕਰਪਸ਼ਨ, ਜਿਹੜੀ ਕਿ ਸਾਡੇ ਇੰਡੀਆ ਵਿੱਚ ਇੰਨਾ ਕਰਪਸ਼ਨ ਕਰਕੇ ਮੋਸਟਲੀ ਸਾਡਾ ਜਿਹੜਾ ਦੇਸ਼ ਹੈ ਉਹ ਡੁੱਬ ਗਿਆ ਹੈ। ਸੋ ਇੱਥੇ ਬੈਠਦੇ ਹੋਏ ਵੀ ਸਾਡਾ ਜਿਹੜਾ ਪਿਛੋਕੜ ਹੈ, ਸਾਡਾ ਪਿੱਛਾ ਹੈ, ਉਹ ਅਸੀਂ ਫਿਰ ਵੀ ਇੰਡੀਆ ਨੂੰ ਬਿਲੋਂਗ ਕਰਦੇ ਹਾਂ ਕਿਸੇ ਨਾ ਕਿਸੇ ਤਰੀਕੇ। ਸੋ ਸਾਡਾ ਇੰਨਾ ਅਧਿਕਾਰ ਜ਼ਰੂਰ ਬਣਦਾ ਹੈ ਕਿ ਜੇ ਅਸੀਂ ਕੁਛ ਵੀ ਅੱਛਾ ਆਪਣੇ ਇੱਧਰੋਂ ਬੈਠ ਕੇ ਕਰ ਸਕਦੇ ਹਾਂ ਆਪਣੇ ਭੈਣ ਭਰਾਵਾਂ ਲਈ, ਪਿੱਛਿਆਂ ਲਈ, ਤਾਂ ਸਾਨੂੰ ਉਹ ਕਦਮ ਜ਼ਰੂਰ ਚੁੱਕਣੇ ਚਾਹੀਦੇ ਆ। ਸੋ ਮੈਂ ਇਹਦੇ ਵਿੱਚ ਜ਼ਰੂਰ ਵੱਧ ਚੜ੍ਹ ਕੇ ਹਿੱਸਾ ਇਸ ਲਈ ਲੈ ਰਹੀ ਹਾਂ, ਜਾਂ ਸਾਡੇ ਜਿਹੜੇ ਬਾਕੀ ਭੈਣ ਭਰਾ ਵੀ ਲੈ ਰਹੇ ਨੇ। ਉਹਦਾ ਇੱਕੋ ਹੀ ਕਾਰਨ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਹਿੰਦੁਸਤਾਨ ਹੈ ਉਹ ਇਸ ਕਰਪਸ਼ਨ ਜਾਂ ਇਸ ਜਿਹੜੀ ਇੱਕ ਸਿਸਟਮ ਜਿਹੜਾ ਬਣ ਗਿਆ, ਇਸ ਸਿਸਟਮ ਤੋਂ ਇੱਕ ਨਵਾਂ ਸਿਸਟਮ ਬਣੇ, ਇੱਕ ਨਵਾਂ ਹਿੰਦੁਸਤਾਨ ਬਣੇ ਕਿ ਇੰਨੇ ਸਾਲਾਂ ਤੋਂ ਆਜ਼ਾਦ ਹੋਣ ਤੋਂ ਬਾਅਦ ਵੀ ਹਿੰਦੁਸਤਾਨ ਅੱਜ ਵੀ ਐਕਚੁਅਲੀ ਕਰਪਸ਼ਨ ਦੇ ਗੁਲਾਮ ਹੈ। ਸੋ ਠੀਕ ਹੈ ਤੁਹਾਡੀ ਗੱਲ ਕਿ 90 ਸਾਲ ਗੁਲਾਮ ਰਿਹਾ ਇੰਡੀਆ, ਉਸ ਤੋਂ ਬਾਅਦ 66 ਸਾਲ ਜਿਹੜੀ ਹੈ ਉਹਦੇ ਆਜ਼ਾਦੀ ਦੇ ਪਤਾ ਨਹੀਂ ਕਿੰਨੇ ਸਿੱਟੇ ਨਿਕਲ ਕੇ ਆਏ ਆ। ਸਾਡੇ ਨਾਲ ਡਾਕਟਰ ਤੁੱਲੀ, ਜਿਵੇਂ ਮੈਂ ਦੱਸਿਆ ਕਿ ਬੜੇ ਸਰਗਰਮ ਰਹੇ ਪੋਲੀਟਿਕਸ ਦੇ ਵਿੱਚ, ਔਰ ਉੱਥੇ ਦੀ ਪੋਲੀਟਿਕਸ ਜਿਹੜੀ ਹੈ ਉਹ ਡਾਕਟਰ ਸਾਹਿਬ ਤੋਂ ਵੀ ਮੈਂ ਪੁੱਛਾਂਗਾ, ਡਾਇਨੈਸਟੀ ਕਾਰਡ ਔਰ ਕਰਪਸ਼ਨ 'ਤੇ ਖੜੀ ਹੈ ਔਰ ਧਰਮ 'ਤੇ ਖੜੀ ਹੈ, ਜਾਤ ਦੇ ਨਾਂ 'ਤੇ ਜਿਹੜੇ ਹੈ ਡਿਵੀਜ਼ਨ ਪਾਈ ਜਾਂਦੀ ਹੈ। ਡਾਕਟਰ ਸਾਹਿਬ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਮੈਂ ਯਸ਼ ਜੀ, ਹਾਰਮੋਨੀ TV ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿਣਾ ਜੀ।
ਤੇ ਮੈਂ ਜੀ ਆਇਆਂ ਕਹਿੰਦਾ ਤੁਹਾਨੂੰ ਸਾਰਿਆਂ ਨੂੰ, ਗਗਨ ਬੁੱਟਰ ਜੀ ਨੂੰ, ਮਾਨਵ ਜੀ ਨੂੰ। ਮੈਂ ਚਾਹੁੰਦਾ ਕਿ ਪਿਛਲੇ 3 ਦਹਾਕਿਆਂ ਤੋਂ ਅਸੀਂ ਦੇਖਦੇ ਪਏ ਹਾਂ ਜਿਹੜੀ ਇਹ ਪੋਲਿਟਿਕਸ ਚੱਲਦੀ ਪਈ ਹੈ ਇੰਡੀਆ ਦੇ ਵਿੱਚ, ਉਹਦੇ ਵਿੱਚ ਜਦੋਂ ਵੀ ਅਸੀਂ ਦੇਖਦੇ ਸੀ ਉਹੀ ਬੰਦੇ, ਉਹੀ ਮਸਲ ਪਾਵਰ, ਉਹੀ ਪੈਸੇ ਨਾਲ ਟਿਕਟਾਂ ਲੈ ਕੇ ਉਹੀ ਇਲੈਕਸ਼ਨ ਲੜ ਰਹੇ ਸੀਗੇ। ਬੜੀ ਖੁਸ਼ੀ ਦੀ ਗੱਲ ਹੈਗੀ ਹੈ ਕਿ ਐਤਕੀ ਆਮ ਆਦਮੀ ਪਾਰਟੀ ਨੇ ਆਮ ਬੰਦਿਆਂ ਨੂੰ ਟਿਕਟ ਦਿੱਤੀ ਹੈ, ਨਵੇਂ ਚਿਹਰਿਆਂ ਨੂੰ ਟਿਕਟ ਦਿੱਤੀ। ਕਮਿੰਗ ਟੂ ਦਾ ਪੁਆਇੰਟ ਕਿ ਜਿਹੜਾ ਕਾਸਟ ਸਿਸਟਮ ਆ ਉਹ ਬਹੁਤ ਬੁਰੇ ਤਰੀਕੇ ਨਾਲ ਜਿਹੜਾ ਆਪਣੇ ਪੋਲੀਟਿਕਸ ਵਿੱਚ, ਇੰਡੀਅਨ ਪੋਲੀਟਿਕਸ ਵਿੱਚ ਇਨਵੋਲਵਡ ਆ। ਅਤੇ ਇਕੱਲਾ ਕਾਸਟ ਸਿਸਟਮ ਨਹੀਂ ਹੈ, ਮੈਨੂੰ ਲੱਗਦਾ ਰਿਲੀਜਨ ਵੀ, ਅਤੇ ਰਿਲੀਜਨ ਐਂਡ ਕਾਸਟ ਐਂਡ ਪੋਲੀਟਿਕਸ 3 ਚੀਜ਼ਾਂ ਜਿਹੜੀਆਂ ਮੇਨ ਹੋਲਡ ਕਰਦੀਆਂ ਆ ਜਿੱਤਣ ਨੂੰ ਜਾਂ ਹਾਰਨ ਨੂੰ। ਜਿਹੜੇ ਆਪਣੇ ਅਖੌਤੀ ਬਾਬੇ ਬਣੇ ਹੋਏ ਆ, ਜਾਂ ਹਰ ਇੱਕ ਬੰਦੇ ਨੇ ਆਪਦਾ ਇੱਕ ਸਿਸਟਮ ਕ੍ਰੀਏਟ ਕੀਤਾ ਹੋਇਆ, ਜਾਂ ਕੋਈ ਵੀ ਸੋਸ਼ਲ ਸਿਸਟਮ ਕ੍ਰੀਏਟ ਕੀਤਾ ਹੋਇਆ ਕਿ ਜਿੱਥੇ ਮੇਰੇ ਮਦਰ ਨੇ ਕਿਹਾ ਮੈਨੂੰ ਉੱਥੇ ਪਾਉਣੀ ਆ, ਜਾਂ ਲੀਡਰਸ ਲਾਈਕ ਜਿਹੜੇ ਮਤਲਬ ਸੋਸ਼ਲ ਲੀਡਰਸ ਆ, ਜਾਂ ਜਿਹੜੇ ਫਿਰਕਾਵਾਦ ਕਹਿ ਲਓ, ਕੋਈ ਵੀ ਐਵੇਂ ਦੇ ਜਿਹੜੀਆਂ ਚੀਜ਼ਾਂ ਡਿਵਾਈਡ ਕਰਦੀਆਂ ਲੋਕਾਂ ਨੂੰ। ਸੋ ਉਹ ਮੈਨੂੰ ਲੱਗਦਾ ਕਿ ਉਹ ਬਹੁਤ ਵੱਡੀ ਗਿਣਤੀ ਵਿੱਚ ਲੋਕ ਉਹਨਾਂ ਦੇ ਪਿੱਛੇ ਲੱਗਦੇ ਆ। ਅਤੇ ਦੂਸਰਾ ਗੱਲਾਂ ਇਹ ਨਹੀਂ, ਮੈਨੂੰ ਲੱਗਦਾ ਕਿ ਜਿੱਥੇ ਵੀ ਗਰੀਬੀ ਹੁੰਦੀ ਆ, ਆਪਾਂ ਨੂੰ ਪਤਾ ਕਿ ਆਪਣਾ ਪੰਜਾਬ ਕਹਿ ਲਓ, ਜਿੱਥੇ ਇੱਕ ਟਾਈਮ 'ਤੇ ਪੰਜਾਬ ਲੋਕਾਂ ਨੂੰ ਫੂਡ ਦਿੰਦਾ ਸੀਗਾ, ਇੱਕ ਖੇਤੀ ਡਰਿਵਨ ਪ੍ਰੋਵਿੰਸ ਸੀਗਾ ਆਪਣਾ ਪੰਜਾਬ। ਹੁਣ ਪੰਜਾਬ 'ਚ ਕੀ ਆ, ਨਸ਼ੇ ਆ, ਬਿਮਾਰੀਆਂ ਆ, ਮਾਲਵਾ ਸਾਰੀ ਬੈਲਟ ਕੈਂਸਰ ਨਾਲ ਪੀੜਤ ਆ, ਉਹਨਾਂ ਦੇ ਕੋਲ ਕੋਈ ਹੌਸਪੀਟਲ ਹੈ ਨਹੀਂ ਗਾ। ਦੇ ਜਸਟ ਗੋ ਟੂ ਬੀਕਾਨੇਰ ਫॉर ਦ ਟਰੀਟਮੈਂਟ। ਅਤੇ ਜਿਹੜੀ ਟ੍ਰੇਨ ਆ ਉੱਥੇ ਉਹਨੂੰ ਕੈਂਸਰ ਟ੍ਰੇਨ ਕਹਿੰਦੇ ਰਾਦਰ ਦੈਨ ਉਹਦਾ ਜਿਹੜਾ ਨਾਮ ਆ, ਕਿਉਂਕਿ ਸਾਰੇ ਜਿਹੜੇ ਲੋਕ ਆ ਉਹ ਆਪਣੀ ਟਰੀਟਮੈਂਟ ਲਈ ਜਾਂਦੇ ਆ। ਬੇਸਿਕਲੀ ਜਿਹੜੀਆਂ ਬੇਸਿਕ ਨਸੈਸਿਟੀਜ਼ ਆ, ਪਾਣੀ ਸਾਫ਼, ਫੂਡ, ਜਿਉਣ ਦਾ ਹੱਕ ਕਿਤੇ ਨਹੀਂ ਹੈਗਾ। ਪਰ ਆਪਣੇ ਲੋਕ ਫਿਰ ਵੀ ਟਰਾਲੀਆਂ ਭਰ ਕੇ ਜਾਂ ਬਹੁਤ ਜਿਵੇਂ ਵੱਡੀ ਤਾਦਾਦ ਵਿੱਚ ਸੰਤਾਂ ਕੋਲੇ ਚਲੇ ਗਏ, ਜਾਂ ਜਿਹੜੇ ਆਪ ਸਿੱਖਿਜ਼ਮ ਤੋਂ ਬਾਹਰ ਜਿਹੜੇ ਲੋਕਾਂ ਨੇ ਆਪਣੇ ਅਦਾਰੇ ਕਾਇਮ ਕੀਤੇ ਹੋਏ ਉਹਨਾਂ ਕੋਲੇ ਜਾਂਦੇ ਆ। ਸੋ ਬੇਸਿਕਲੀ ਲੀਡਰਸ ਨੂੰ ਪਤਾ ਹੈ ਕਿ ਉਹਨਾਂ ਕੋਲੇ ਜਾਵਾਂਗੇ, ਜੇ ਇੱਕ ਬਾਬੇ ਨੂੰ ਮਨਾ ਲਿਆ ਤਾਂ ਉਹਨਾਂ ਕੋਲੇ 10,000 ਜਾਂ 10 ਲੱਖ ਜਾਂ ਜਿਹੜੀ ਭਾਰਤੀ ਪੋਲਿਟਿਕਸ ਹੈਗੀ ਨਾ ਜੀ, ਇੰਡੀਅਨ ਪੋਲਿਟਿਕਸ, ਉਹਦੇ ਵਿੱਚ ਹਮੇਸ਼ਾ ਹੀ ਮਸਲਮੈਨ, ਪੈਸਾ, ਇਹੀ ਚੀਜ਼ਾਂ ਭਾਰੂ ਰਹੀਆਂ। ਪਹਿਲੀ ਵਾਰ ਇਹ ਤੋੜ ਦੇਖਿਆ ਗਿਆ ਕਿ ਆਮ ਆਦਮੀ ਪਾਰਟੀ ਨੇ ਇੱਕ ਆਮ ਆਦਮੀ ਨੂੰ, ਜਿਹੜੇ ਰਿਨਾਊਂਡ ਪਰਸਨ ਨਹੀਂ ਸੀਗੇ, ਆਮ ਆਦਮੀ ਸੀਗੇ, ਉਹਨਾਂ ਨੂੰ ਟਿਕਟ ਦਿੱਤੀ ਗਈ। ਮੈਂ ਸੋਚਦੀ ਹਾਂ ਕਿ ਸਰਕਾਰ ਤਾਂ ਉਹ ਵੀ ਨਹੀਂ ਚਲਾ ਰਹੇ ਜਿਹੜੇ ਕਿ ਸੀਟਾਂ 'ਤੇ ਬੈਠੇ ਹੋਏ ਨੇ। ਸੋ ਜੇ ਕੁਐਸਚਨ ਉਹਨਾਂ ਨੇ ਅਰਵਿੰਦ ਨੂੰ ਕੀਤਾ ਹੈ ਕਿ ਉਹ ਐਕਸਪੀਰੀਅੰਸ ਨਹੀਂ ਹੈ, ਮਤਲਬ ਕਿ ਜੇ ਉਹਨੇ CM ਦੀ ਸੀਟ ਤੋਂ ਅਸਤੀਫਾ ਦੇ ਦਿੱਤਾ ਅਤੇ ਉਹ ਇਨਐਕਸਪੀਰੀਅੰਸ ਵੀ, ਉਹਦੇ ਕੋਲ ਇੰਨਾ ਐਕਸਪੀਰੀਅੰਸ ਨਹੀਂ ਹੈ, ਸਿਆਸਤ ਬਾਰੇ ਇੰਨਾ ਬੰਦਾ ਨਹੀਂ ਜਾਣਦਾ। ਮੈਂ ਕਹਿੰਦੀ ਹਾਂ ਵੀ ਸਿਆਸਤ ਜਿਨ੍ਹਾਂ ਨੂੰ ਪਤਾ ਹੈ ਉਹ ਕਿਹੜੀ ਕਿ ਸਿਆਸਤ ਚਲਾ ਰਹੇ ਨੇ। ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਉਹਨਾਂ ਨੇ ਕੀ ਬਦਲਾਵ ਲਿਆਤਾ ਹੈ ਇੰਡੀਆ ਵਿੱਚ, ਸਿਆਸਤ ਨੂੰ ਜਾਣਦੇ ਹੋਏ ਕੀ ਚੇਂਜਿਸ ਕੀਤੀਆਂ, ਕੀ ਉਹਨਾਂ ਨੇ ਐਕਟਸ ਕੀਤੇ ਨੇ, ਕੀ ਐਸਾ ਚੀਜ਼ ਕੀਤੀ ਹੈ ਜਿਸ ਤੋਂ ਅਸੀਂ ਕਹੀਏ ਕਿ ਹਾਂਜੀ ਅਰਵਿੰਦ ਕੇਜਰੀਵਾਲ ਨੂੰ ਕੁਛ ਨਹੀਂ ਆਉਂਦਾ, ਤੁਹਾਨੂੰ ਜ਼ਰੂਰ ਪਤਾ ਹੈ ਜੀ। ਮੈਂ ਕਹਿੰਦੀ ਹਾਂ ਕਿ ਇੱਕ ਆਮ ਆਦਮੀ ਵਾਂਗੂ ਜੇ ਉਹ ਸਟਾਰਟ ਕਰ ਰਿਹਾ ਹੈ ਤਾਂ ਉਹ ਇੱਕ ਦੁਨੀਆ ਨੂੰ ਆਮ ਆਦਮੀ ਵਾਂਗੂ ਹੀ ਚਲਾਏਗਾ। ਇਟ ਮੀਨਸ ਮੈਂ ਇੱਕ ਐਡ ਕਰਨਾ ਚਾਹੂੰਗੀ ਗਗਨ ਜੀ ਦੀ ਗੱਲ 'ਚ ਕਿ ਫਸਟ ਆਫ ਆਲ ਹੀ ਇਜ਼ ਵੈਰੀ ਵੈਲ ਐਜੂਕੇਟਿਡ ਪਰਸਨ, very well educated. He is civil service, ਉਹਨਾਂ ਨੇ 11 ਸਾਲ I guess he was in civil services, ਜੁਆਇੰਟ ਕਮਿਸ਼ਨਰ ਇਨ ਜੀ। ਇਨਕਮ ਟੈਕਸ। ਉਹ ਵਾਲੇ ਬੰਦੇ ਨੂੰ, ਜਿਹੜੇ ਬੰਦੇ ਨੂੰ ਲਾਅ ਦਾ ਇਨ ਐਂਡ ਆਊਟ ਪਤਾ, ਉਹ ਬੰਦਾ ਸਰਕਾਰ ਨਹੀਂ ਚਲਾ ਸਕਦਾ। ਪਰ ਜਿਹੜੇ ਅਨਪੜ੍ਹ, ਗਵਾਰ, 10ਵੀਂ ਫੇਲ ਜਾਂ ਕਦੀ ਸਕੂਲ ਨਹੀਂ ਗਏ, ਤਬੇਲੇ ਚਲਾਉਂਦੇ ਮੱਝਾਂ ਦੇ ਜਾਂ ਚਾਹ ਦੀਆਂ ਦੁਕਾਨਾਂ ਕਰਦੇ ਸੀ, ਜਿਵੇਂ ਵੀ, ਆਮ ਨਾਟ ਸੇਇੰਗ ਕਿ ਗਰੀਬ ਬੰਦਾ, ਆਮ ਸੇਇੰਗ ਕਿ ਜਿਹੜੇ ਬੰਦੇ ਆਪਣੇ ਆਪ ਨੂੰ ਅੱਜ ਕੱਲ੍ਹ ਦੇ PM ਕੈਂਡੀਡੇਟਸ ਕਹਿੰਦੇ ਆ, they have no basic information, they are not students of political science, they haven't have degrees and diplomas. ਉਹ ਆਪਣੇ ਆਪ ਨੂੰ ਕਿਵੇਂ ਕਹਿ ਰਹੇ ਆ ਕਿ ਅਸੀਂ ਅਰਵਿੰਦ ਕੇਜਰੀਵਾਲ ਦੀ ਸਰਕਾਰ ਚਲਾ ਸਕਦਾ। ਅਸਲੀ ਲੀਡਰ ਉਹੀ ਹੈ ਜਿਹੜਾ ਦੁਨੀਆ ਦੀ ਆਤਮਾ ਤੇ ਕਬਜ਼ਾ ਕਰੇ, ਨਾ ਕਿ ਉਹਨਾਂ ਦੀ ਦੌਲਤ ਤੇ। ਇੰਡੀਆ ਦੀ ਆਬਾਦੀ 130 ਕਰੋੜ ਹੈ। ਸਾਰੀਆਂ ਵੋਟਾਂ, ਜਿਹੜੇ ਵੋਟਰ ਐਲੀਜੀਬਲ ਹੈਗੇ ਆ ਉਹ 80 ਕਰੋੜ ਹੈਗੇ ਆ। ਅਤੇ ਮੈਂ ਤੁਹਾਨੂੰ ਤਿੰਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਡੀ ਅਪੀਲ ਕੀ ਹੈ ਵੋਟਰਾਂ ਲਈ? ਬਿਲਕੁਲ ਜੀ, ਆਪਣੇ ਦਿਲ ਦੀ, ਆਪਣੇ ਮਨ ਦੀ ਆਵਾਜ਼ ਸੁਣ ਕੇ ਵੋਟ ਪਾਏ ਬੰਦਾ। ਵੋਟ ਦੇਖਣ ਲੱਗਿਆ, ਇਹ ਕਹਿੰਦੇ ਨੇ ਵੋਟ ਸੀਕਰਟ ਹੈਗੀ ਹੈ, ਤਾਂ ਕਿਸੇ ਨੇ ਦੇਖਣੀ ਵੋਟ ਤੁਸੀਂ ਕਿਹਨੂੰ ਪਾ ਰਹੇ ਹੋ। ਆਪਣੀ ਵੋਟ ਪਾਉਣ ਲੱਗਿਆ ਸੋਚੋ ਕਿ ਮੇਰੇ ਬੱਚਿਆਂ ਦਾ ਕੀ ਬਣੇਗਾ। ਮੈਂ ਕਹਿਣਾ ਚਾਹਾਂਗੀ ਕਿ ਅੱਜ ਵੋਟਾਂ ਦੀ ਜਿੱਤ ਜਾਂ ਹਾਰ ਦਾ ਤਾਂ ਮੇਰੇ ਲਈ ਇਹ ਹਿਸਾਬ ਤਾਂ ਮੇਰੇ ਕੋਲ ਨਹੀਂ ਹੈ। ਪਰ ਅਗਰ ਅੱਜ ਅਸੀਂ ਵੋਟਾਂ 'ਚ ਹਾਰ ਵੀ ਜਾਂਦੇ ਹਾਂ, ਮੰਨ ਲਓ 1% ਅਗਰ ਪ੍ਰਤੀਸ਼ਤ ਸੋਚੀਏ ਵੀ, ਪਰ
ਇੱਕ ਜਿਹੜੀ ਲਹਿਰ ਉਹ ਚਲਾ ਚੁੱਕਾ ਹੈ, ਜਿਹੜੀ ਚਿੰਗਾਰੀ ਉਹਨੇ ਲਾ ਦਿੱਤੀ ਹੈ ਆਲਰੇਡੀ ਆਮ ਆਦਮੀ ਪਾਰਟੀ ਨੇ, ਉਹਨੂੰ ਹੁਣ ਕੋਈ ਬੁਝਾ ਨਹੀਂ ਸਕਦਾ। ਤੇ ਮੈਂ ਨਹੀਂ ਸੋਚਾਂਗੀ ਕਿ ਦੁਨੀਆ ਉਹਨੂੰ ਬੁਝਾਏਗੀ। ਸੋ ਮੇਰੀ ਦਰਖਾਸਤ ਹੈ ਕਿ ਅਜੇ ਵੀ ਥੋੜ੍ਹਾ ਜਿਹੜਾ ਫੀਅਰ ਹੈ ਦੁਨੀਆ 'ਚ ਹੈਗਾ ਕਿ ਵੋਟਾਂ ਪਾਵਾਂਗੇ ਤੇ ਸਾਨੂੰ ਡਰ ਲੱਗਦਾ ਹੈ। ਸੋ ਮੈਂ ਕਹਿੰਦੀ ਹਾਂ ਕਿ ਜੋ ਵੋਟ ਪਾਣੀ ਹੈ ਤੁਹਾਡਾ ਰਾਈਟ ਹੈ, ਪਰ ਵੋਟ ਇਹ ਸੋਚ ਕੇ ਪਾਇਓ ਕਿ ਤੁਸੀਂ ਵੋਟ ਖੁਦ ਨੂੰ ਪਾ ਰਹੇ ਹੋ ਜਾਂ ਇੱਕ ਪਾਰਟੀ ਨੂੰ ਪਾ ਰਹੇ ਹੋ। ਸੋ ਜੇ ਖੁਦ ਨੂੰ ਪਾ ਰਹੇ ਹੋ ਤਾਂ ਆਪ ਨੂੰ ਪਾਇਓ, ਤਾਂ ਕਿ ਤੁਹਾਨੂੰ ਕੱਲ੍ਹ ਨੂੰ ਉਹ ਅਧਿਕਾਰ ਮਿਲ ਸਕਣ ਜੋ ਤੁਹਾਨੂੰ ਹੁਣ ਤੱਕ ਨਹੀਂ ਮਿਲ ਸਕੇ। ਯਾਸ਼ੀ, ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਜੇ ਤੁਹਾਨੂੰ ਬਦਲਾਵ ਚਾਹੀਦਾ ਤੇ ਬਦਲ ਨੂੰ ਵੋਟ ਪਾਉਣੀ ਪੈਣੀ ਆ। ਜੇ ਤੁਸੀਂ ਸੈਟਿਸਫਾਈਡ ਆ, ਕੀਪ ਗੋਇੰਗ, ਕੀ ਫਰਕ ਪੈਂਦਾ ਤੁਸੀਂ ਕਿਹਨੂੰ ਵੋਟ ਪਾਉਂਦੇ ਆ। ਪਰ ਜੇ ਤੁਸੀਂ ਬਦਲਾਵ ਦੀ ਗੱਲ ਕਰਦੇ ਆ ਤੇ ਸੇਮ ਲੋਕਾਂ ਨੂੰ ਸੱਤਾ 'ਚ ਲਿਆ ਕੇ ਬਦਲਾਵ ਨਹੀਂ ਲਿਆ ਜਾ ਸਕਦਾ, ਬਿਕੋਜ਼ ਉਹਨਾਂ ਨੇ ਪਹਿਲਾਂ ਵੀ ਤੁਹਾਨੂੰ ਕੁਛ ਨਹੀਂ ਡਿਲੀਵਰ ਕੀਤਾ। ਤੇ ਮੈਨੂੰ ਲੱਗਦਾ ਕਿ ਆਪ ਬੀ ਟਰੂ ਟੂ ਯੋਰਸੈਲਫ, ਤੁਹਾਨੂੰ ਸਾਫ਼ ਆਪਣਾ ਭਵਿੱਖ ਦੇਖਣਾ ਪਊਗਾ, ਕਿਉਂਕਿ ਇਟਸ ਆਲਰੇਡੀ ਬੀਨ ਟੂ ਲੇਟ ਕਿ ਤੁਹਾਨੂੰ ਤੁਹਾਡੀ ਲਾਈਫ 'ਚ ਅੱਗੇ ਕੀ ਚਾਹੀਦਾ, ਕਿਵੇਂ ਦਾ ਭਵਿੱਖ ਚਾਹੀਦਾ, ਕਿਵੇਂ ਦਾ ਪੰਜਾਬ ਚਾਹੀਦਾ ਤੇ ਕਿਵੇਂ ਦਾ ਇੰਡੀਆ ਚਾਹੀਦਾ। ਸੋ ਮੈਂ ਇਹੀ ਕਹੂੰਗੀ ਕਿ ਜੋ ਤੁਸੀਂ ਫੀਲ ਕਰਦੇ ਆ, ਜਿਵੇਂ ਦਾ ਭਵਿੱਖ ਬਣਾਉਣਾ ਤੁਹਾਨੂੰ ਆਪ ਬਣਾਉਣਾ ਪੈਣਾ। ਤੁਹਾਨੂੰ ਕਿਸੇ ਹੋਰ ਨੇ ਤੁਹਾਡੇ ਲਈ ਕੁਛ ਨਹੀਂ ਕਰਨਾ। ਯੂ ਹੈਵ ਟੂ ਡੂ ਇਟ ਯੋਰਸੈਲਫ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। You'll instantly notice certain amenities at Lexus South Point. The 5-star atmosphere of luxury and vast selection of embodied excellence, of course. And your golf game might improve. Your Lexus in for first-class service and our complimentary car wash. Your wife might actually join you for a little personal maintenance at the South Point Spa. As a guest at Lexus South Point, you may notice you'll never want to leave. Think Lexus. Think the new Lexus South Point. What we do is we are making 100% eco-friendly paper. Yes, 100% post-consumer paper without adding 1% of pulp or wood pulp also, or without cutting a single tree. We are making paper without any emissions, no byproducts. People love when they feel the texture of the paper. It is a win-win for everybody. It's a win for the environment, trees not to be cut. It's win for the local people that they are using their local material. So it's like Abraham Lincoln said, paper with the people, by the people and for the people. ਆਪਣੀ ਅੱਜ ਦੀ ਕਮਿਊਨਿਟੀ ਕਵਰੇਜ ਵਿੱਚ ਤੁਹਾਨੂੰ ਜਾਗਰਣ ਦੀਆਂ ਕੁਝ ਝਲਕੀਆਂ ਦਿਖਾਵਾਂਗੇ। सारी दुनिया झूठी देखी कोई न फरदा मां, तोइयो तोइयो है मेरी मां, ओ तोइयो तोइयो है मेरी मां, तोइयो तोइयो है मेरी मां, ओ तोइयो तोइयो है मेरी मां, तोइयो रोजी देवन वाली तोइयो ठगड़ी छा, खोल बूहे मंदरा दे मेरी मां, ओ खोल बूहे मंदरा दे मेरी मां, खोल बूहे मंदरा दे मेरी मां, ओ खोल बूहे मंदरा दे मेरी मां। दाती के दरबार में सभी खड़े हाथ जोड़, दाती के दरबार में सभी खड़े हाथ जोड़, मैया के दरबार में सभी खड़े हाथ जोड़, मैया के दरबार में सभी खड़े हाथ जोड़, देने वाली एक है ते मांगती लाख करोड़, खोल बूहे मंदिरा दे मेरी माँ, खोल बूहे मंदिरा दे मेरी माँ, खोल बूहे मंदिरा दे मेरी माँ, खोल बूहे मंदिरा दे मेरी माँ। आज मंदिर में जगराता है, आज मंदिर में जगराता है, आज मंदिर में ये चौकी है, आज मंदिर में ये
शाहबाज कलंदर। दोनों हाथ ऊपर करके, दोनों हाथों की ताली बजाते हुए मेरे साथ कहिए, टमाटर मस्त कलंदर, अली का पहला नंबर, अली का पहला नंबर, टमाटर मस्त कलंदर, हो लाल मेरी, हो लाल मेरी। मावानो पीरा बछड़े देवे, मावानो पीरा बछड़े देवे, चारों चिराग तेरे मन में हमेशा। हो पंजवा में बाले आईया बना झूले लाले, हो पंजवा में बाले, पंजवा में बाले आईया बना झूले लाले, सिंदड़ी दा सेवन दा सती शाहबाज कलंदर, टमाटर मस्त कलंदर, अली शाह बंदे अंदर, अली दा पहला नंबर, हो लाल मेरी, हो लाल मेरी। Sherwood Ford is the largest Ford dealership in North America. At Sherwood Ford, customer satisfaction drives our success. Hi, I'm Lily Perrick, mortgage specialist with Dominion Lending Centers Capital Region, the largest mortgage brokerage company in Canada. With over 100 lenders to choose from, I can offer you the best mortgage product at the lowest interest rate. With over 19 years experience, I know this business inside and out. A mortgage broker costs you nothing, but not using one can cost you tens of thousands of dollars. If you're looking to buy, refinance, invest, if you're employed or self-employed, I can help you. So don't hesitate to give me a call for any mortgage advice. Hi, good morning. This is Navjeen. I can assist you in all kind of immigration matters, which includes permanent immigration, PNP programs, work permit, spousal sponsorship. You can contact me at 780-399-5127 or my office line 780-468-3331. सतीश कौशिक है इसमें तन्वी आज़मी भी हैं और बहुत सारे हैं। इस फिल्म को बहुत सारे किरदार ड्राइव करते हैं। दरअसल ये जो कहानी है ये सबको ड्राइव करती है। ये कहानी एक सटायर है, व्यंग के उसमें हमने लिया है, क्योंकि कई बार ऐसा होता है कि सच्चाई तक पहुंचने के लिए अलग अलग ज़रियों का आपको इस्तेमाल करना पड़ता है। व्यंग जो है हमारे लिटरेचर में तो बहुत आता है, लेकिन कहानियों में व्यंग से ज़्यादा बेवकूफ़ियाँ आती हैं उसमें, तो हमने व्यंग का इस्तेमाल किया है इसमें। और व्यंग से लेकर, और दूसरी बात ये कि हमारा जो समाज है, जो पॉलिटिकल जो स्ट्रक्चर है, वो अपने आप में एक बहुत बड़ा व्यंग है। उस पर व्यंग करने की कोई ज़रूरत लगती नहीं है। उस सच्चाई को आप सामने लाइए और आपको लगेगा कि इससे ज़्यादा मजाकिया और जो हमने कहा है इसमें इम्पॉसिबल इंडिया जिसे हम कहते हैं, तो इनक्रेडिबल इंडिया एक जगह पर है, बट इम्पॉसिबल इंडिया वो बहुत ही पावरफुल है, तो उसी को लेकर फिल्म बनी।
नहीं, बिल्कुल नहीं, बिल्कुल ओरिजिनल है। इसके राइटर मराठी के बहुत बड़े प्ले राइट हैं, उनका नाम है शफात खान। ये बिल्कुल ओरिजिनल है, इसका कोई थिएटर से लेना नहीं, किसी से नहीं लेना है। एक सत्य घटना उसका रेफरेंस पॉइंट है। एग्जैक्टली हमने वो नहीं किया है, उसको लेकर हमने फिर अपने हिसाब से पूरी कहानी बनाई है। जो कहानी बताई गई थी, जो सत्य घटना पर आधारित है ये, तो जब मुझे वो एक पार्टी में मुझे बताया गया कि ऐसा कुछ हुआ था कुछ साल पहले, तो वो सुनकर मैं बहुत ही बहुत इंस्पायर हो गया। मुझे लगा कि इस कहानी में शायद हिंदुस्तान की कहानी छुपी है, कि जो हिंदुस्तान की कहानी है वो शायद इस छोटी सी कहानी में सब आपको पता चलता है कि इस देश का क्या है। और इसीलिए हमने इस इलेक्शन के टाइम पर ही इस चुना है कि देश में क्या होता है, जो बड़ा तमाशा आने वाला है उसके साथ साथ जो तमाशा है सही वो भी लोगों को दिखाया जाए। कहानी वही थी कि इसमें एक आदमी है जो अपना उसकी मृत्यु हो जाती है और उसके बाद में उसकी जो रिलीजियस आइडेंटिटी है उसको लेकर क्या हंगामा होता है, और जब आपको पता चलता है वो कौन है तो आप स्तब्ध हो जाएंगे। इलेक्शन को देखकर फिल्म नहीं बनाई, लेकिन इलेक्शन पर रिलीज करना हमने तय किया था। जहाँ तक कि इसके पैसे और दिन का सवाल है, ये थोड़ी क्लासिफाइड इन्फॉर्मेशन है, ये हम अभी नहीं बता सकते। अब वो तो आप देखेंगे पूरी फिल्म तो पता चलेगा आपको कि दोनों का अच्छा बैलेंस किया है, बट सटायर बेसिक है। ये कॉमेडी का एक सेंस समझना ज़रूरी है कि हमारे यहाँ कॉमेडी जो होती है वो केले के छिलके पर उतर जो है लोग गिर जाते हैं, वो कॉमेडी समझते हैं। कॉमेडी वो नहीं है, कॉमेडी अपने आप में भी एक बहुत बड़ा गहरा एक ड्रामेटर्जिकल कॉन्सेप्ट है उसमें। तो ये समझना कि सिर्फ कॉमेडी जो है वो उसमें लोगों को नहीं, एक्चुअली हर कॉमेडी के पीछे एक बहुत ही बड़ा सत्य रहता है। इनफैक्ट कॉमेडी में ज़्यादा रहता है, तो उसमें ये कॉमेडी है, सेटायर के फॉर्म में है। ऑफ कोर्स आप हंसेंगे भी, लेकिन ये उस तरीके की कॉमेडी नहीं है कि भाई कोई बेवकूफ़ियाँ कर रहा है या कोई ऐसा नहीं है। इसमें एक जो कथा है हमारी उसी को लेकर हमने उन सारी चीज़ों को डाला इसमें। अच्छा, आपने इलेक्शन No, they are very sensitive to religion. I think this one sensitizes to you about religion in the real sense. But religion is one aspect of this film. I mean, basically, it's just the bizarre nature of our society that one little incident could turn into such a huge thing. I mean, that's the point of this film. It's just religion is, of course, one part of it. But however, it's a social, political kind of, bizarre nature of our society is what's been explored in this film. Yeah. देखिए, जहाँ एक बड़े स्टार्स की फिल्म होती है तो नेचुरली उसकी पब्लिसिटी होती है, लोग देखते हैं उसको, ज़्यादा बजट भी ज़्यादा होता है। लेकिन इसका मतलब ये नहीं कि छोटी फिल्मों की अहमियत नहीं है, लेकिन छोटी फिल्मों में अगर आइडिया बड़ा हो, सोच बड़ी हो, और अगर वो उसके साथ साथ जिस तरीके से आपने बनाया है, जिस ज़बान में आपने बनाया, ये कोई आर्ट हाउस टाइप की फ़िल्म नहीं है। ये छोटी, इसकी फ़िल्म की रनिंग लेंथ है 1 घंटे और 40 मिनट। ये लंबी फिल्म भी नहीं है, बहुत पेसी फिल्म है। इसका जो मिजाज है वो मिजाज बिल्कुल जो है एंटरटेनमेंट को लेकर वो चलता है। For over 20 years, RE/MAX Excellence has served Edmonton as a one-stop, full-service brokerage. Myself and consultant, we have teamed together to address real estate needs in an effective way. I've been assisting my clients in purchasing and selling residential and commercial real estate for the past 6 years, turning their dreams into realities. RE/MAX Excellence, a multiple winner of the Consumer Choice Award. Consumer Choice Award, helping you make better choices. As usual, now we are going to announce the winner of this week. The winner of this week is Joshua Hager. Many, many congratulations, Joshua. You have won Cineplex tickets for 2 and a meal combo. You suggested and we listened. Now we are also choosing the winners from Twitter. So you can follow us on Twitter or like our Facebook page. For more details, go on harmonytv.ca. ਉਮੀਦ ਹੈ ਤੁਹਾਨੂੰ ਅੱਜ ਦਾ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਵੇਗਾ। ਤੁਸੀਂ ਸਾਨੂੰ ਆਪਣੇ ਸੁਝਾਅ ਭੇਜੋ
info@harmonytv.ca ਤੇ। ਜਾਣ ਤੋਂ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਆਓ ਸੁਣੀਏ Song of the Week, ਜੱਟ ਜੇਮਸ ਬੌਂਡ ਮੂਵੀ ਦੇ ਵਿੱਚੋਂ ਇੱਕ ਪਿਆਰਾ ਜਿਹਾ ਗੀਤ। ਸਤਿ ਸ਼੍ਰੀ ਅਕਾਲ, ਰੱਬ ਰਾਖਾ।